जंजू राखा प्रभ का कीनो बड़ो कलू में साका साधन हेत इति जिन करी शीस दिया पर सीना उचरी धर्म हेत साका जिन किया शीस दिया पर सिर न दिया नाटक चेटक किए कुकाजा प्रभ लोगन को आवत लाजा ठीकर फोर दलीस सिर प्रभपुर कियो प्यान तेक बहादुर सी क्रिया करी न किन्हू आन तेक बहादुर के चलते भयो जगत को शोक है सब जग भयो जय 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 सुरलोक। त्याग ते वैराग दी मूर्ति धन गुरु तेग बहादुर साहब जी महाराज दा अवतार वैसाख वदी पंज संमत 1678 गुरु के महल श्री ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ ਪਿਤਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਨ ਤੇ ਮਾਤਾ ਪੂਜਨੀ ਨਾਨਕੀ ਜੀ। ਆਪ ਜੀ ਦਾ ਆਨੰਦ ਕਾਰਜ ਵਿਆਹ ਲਾਲ ਚੰਦ ਖੱਤਰੀ ਦੀ ਬੇਟੀ ਸ੍ਰੀ ਗੁਜਰੀ ਨਾਲ ਹੋਇਆ ਔਰ ਇਹ ਵਿਆਹ ਕਰਤਾਰਪੁਰ ਵਿਖੇ ਹੋਇਆ। ਗੁਰਗੱਦੀ ਆਪ ਜੀ ਨੂੰ ਚੇਤਰ ਸੁਦੀ 14 ਸੰਮਤ 1721 ਵਿੱਚ ਪ੍ਰਾਪਤ ਹੋਈ। ਆਪ ਦੀ ਸੰਤਾਨ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ। ਜਗਤ ਵਿੱਚ ਮਹਾਨ ਕੰਮ ਉਸਾਰੂ ਕੰਮ ਉਹਨਾਂ ਨੇ ਕੀਤੇ ਨੇ ਜਿਨ੍ਹਾਂ ਦੇ ਅੰਦਰ ਬੈਰਾਗ ਸੀ, ਕਿਉਂਕਿ ਬੈਰਾਗ ਇੱਕ ਐਸਾ ਮੂਲ ਹੈ, ਇੱਕ ਐਸੀ ਜੜ ਹੈ ਜਿਸ ਤੋਂ त्याग दी भावनावां दा जन्म होता है। बैराग नहीं तां त्याग भी नहीं। अक्सर देखा जाता है लोकी पहले त्याग कर देंदे ने घर बार दा धन संपदा दा ते फिर बैरागी होण दा लकब लगांदे ने। त्याग तो बैराग नहीं पैदा होंदा, बैराग तो त्याग पैदा होंदा है। हीरे दे मिलदियां कंकर पत्थर हथों गिर जांदे ने, सोने दे मिलदियां लोहे दे टुकड़े हथों गिर जाते हैं। परम बैराग दी प्राप्ति दे नाल तुच्छ चीज़ां जिन्हां दी कोई अहमियत ना होवे ओह हिरदे चों अपने आप जो है झड़ जांदियां ने। त्याग कीता नहीं जांदा, त्याग हो जाता है। जो त्याग कीता जाता है वास्तविक त्याग नहीं होंदा, वो ते कागजी फुल्लां दी तरह है। भावें त्याग बड़ा सुंदर दिखाई देवे और उस विच वैराग दी महक नहीं आउंदी, उहदे च वैराग दी जिंद जान नहीं आउंदी। त्याग दी जिंद जान वैराग है। एक महाबली सूरवीर मीरी पीरे दे घर ऐसे बालक दा जन्म होया है, वैराग जिस दे रोम रोम दे सी, त्याग जिस दे आचरण दे सी। ये गल वखरी है कि आप सूरवीर भी सन। गुरु हरगोबिंद साहब जी महाराज नाल कई दफा आप जंगां विच भी शामिल होए। आप दी तलवार दा जौहर देख के गुरु हरगोबिंद साहब जी महाराज ने त्यागमल दा नां तेग बहादुर रखिया सी। ये ते तेग दा धनी है, ये ते सूरवीर है, ये ते बहादुर है। वक्त दी धारा चलती रही और आप दा बैराग वधदा गया। ਵਿਆਹ ਹੋਣ ਤੋਂ ਬਾਅਦ ਆਪ ਨਾਨਕੇ ਪਿੰਡ
ਬਕਾਲੇ ਵਿੱਚ ਆਣ ਵਸੇ। ਇੱਥੇ ਇੱਕ ਭੋਰੇ ਵਿੱਚ ਬੜੀ ਸਾਦੀ ਜ਼ਿੰਦਗੀ ਆਪ ਬਤੀਤ ਕਰਦੇ ਸਨ। ਬਕਾਲੇ ਦੇ ਵਾਸੀਆਂ ਨੇ ਤੇ ਇੱਥੇ ਤੱਕ ਕਹਿਣਾ ਸ਼ੁਰੂ ਕਰ ਦਿੱਤਾ, ਤੇਗਾ ਕਮਲਾ ਹੈ, ਤੇਗਾ ਕਮਲਾ ਹੈ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਜੋ ਨਿਕਲਿਆ ਸੀ ਵਾਕ ਬਾਬਾ ਬਕਾਲੇ, ਉਸ ਤੋਂ ਕੁਝ ਪਖੰਡੀ ਸੋਡੀਆਂ ਨੇ ਬੜਾ ਲਾਭ ਉਠਾਇਆ। ਬਕਾਲੇ ਵਿੱਚ 22 ਗਦੀਆਂ ਲੱਗ ਗਈਆਂ ਔਰ ਸਾਰਿਆਂ ਦਾ ਦਾਵਾ ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ। ਪਰ ਜੋ ਵਾਸਤਵਿਕ ਗੁਰੂ ਹੈ ਉਸਦਾ ਕੋਈ ਦਾਵਾ ਨਹੀਂ, ਉਹ ਤੇ ਛੁਪਿਆ ਬੈਠਾ ਹੈ, ਉਹ ਤੇ ਭੌਰੇ 'ਚ ਬੈਠਾ ਹੈ। ਵਾਕਈ ਜਿਸ ਦੇ ਅੰਦਰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਬਹੁਤ ਪ੍ਰਬਲ ਇੱਛਾ ਹੈ, ਉੱਥੇ ਪ੍ਰਮਾਤਮਾ ਛੁਪਿਆ ਹੀ ਰਹਿ ਜਾਂਦਾ, ਉੱਥੇ ਕੁਝ ਵੀ ਨਹੀਂ ਹੁੰਦਾ। ਔਰ ਜਿਸ ਨੂੰ ਆਪਣੇ ਆਪ ਛੁਪਾਉਣ ਦੀ ਬੜੀ ਚਾਹਤ ਹੈ, ਲਾਲਸਾ ਹੈ, ਈਸ਼ਵਰ ਉੱਥੇ ਪ੍ਰਗਟ ਹੋ ਜਾਂਦਾ ਹੈ, ਅਕਾਲ ਪੁਰਖ ਉੱਥੇ ਪ੍ਰਗਟ ਹੋ ਜਾਂਦਾ ਹੈ। ਇਹ ਇੱਕ ਦੇਵੀ ਨਿਯਮ ਹੈ, ਈਸ਼ਵਰੀ ਨੁਕਤਾ ਨਿਗਾਹ ਹੈ। ਲੋਕੀ ਆਉਂਦੇ ਸਨ, ਬਾਈਆਂ ਨੂੰ ਮੱਥਾ ਟੇਕ ਕੇ ਚਲੇ ਜਾਂਦੇ ਸਨ, ਮਨੋਕਾਮਨਾਵਾਂ ਉਹਨਾਂ ਬਾਈਆਂ ਦੇ ਅੱਗੋਂ ਰੱਖਦੇ ਸਨ। ਜਿਸ ਤਰ੍ਹਾਂ ਹਰ ਬੰਦਾ ਜੋਹਰੀ ਨਹੀਂ ਆਉਂਦਾ, ਹਰ ਬੰਦੇ ਨੂੰ ਹੀਰੇ ਜਵਾਹਰਾਤ ਦੀ ਪਰਖ ਨਹੀਂ ਆਉਂਦੀ, ਹਰ ਮਨੁੱਖ ਨੂੰ ਪੂਰਨ ਪੁਰਖ ਦੀ ਵੀ ਪਰਖ ਨਹੀਂ ਆਉਂਦੀ, ਬੈਰਾਗੀ ਤੇ ਤਿਆਗੀ ਦੀ ਵੀ ਪਰਖ ਨਹੀਂ ਆਉਂਦੀ। ਅੱਜ ਇੱਕ ਐਸਾ ਪੁਰਸ਼ ਆਇਆ ਹੈ ਜੋ ਵਾਕਈ ਜੋਹਰੀ ਸੀ, ਜੋ ਪਰਖ ਸਕਦਾ ਸੀ, ਜਿਹਨੂੰ ਬੋਧ ਸੀ, ਜਿਹਨੂੰ ਸਮਝ ਸੀ। ਕਹਿੰਦੇ ਨੇ ਰੱਬੀ ਰਸ ਮਾਣੇ ਬਿਨਾ ਰੱਬੀ ਰਸਕਾਂ ਨੂੰ ਪਹਿਚਾਨਣਾ ਬਹੁਤ ਔਖਾ ਹੈ। ਬੈਰਾਗ ਦੀ ਚਿੰਗਾਰੀ ਪੈਦਾ ਹੋਏ ਬਿਨਾ ਕਿਸੇ ਬੈਰਾਗੀ ਨੂੰ ਸਮਝਣਾ ਬੜਾ ਔਖਾ ਹੈ। ਤੇ ਨਾਮ ਰਸ ਦਾ ਥੋੜਾ ਜਿਹਾ ਸਵਾਦ ਚੱਖੇ ਬਿਨਾ ਕਿਸੇ ਮਹਾਂਪੁਰਸ਼ ਨੂੰ ਸਮਝਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਜਾਂ ਇੰਜ ਕਹਿ ਲੋ, ਕਿਸੇ ਮਹਾਂਪੁਰਸ਼ ਨੂੰ ਸਮਝਣ ਦੀ ਕਸਵੱਟੀ ਇਹ ਹੈ ਕਿ ਮਨੁੱਖ ਦੇ ਅੰਦਰ ਕੁਝ ਮਹਾਨਤਾ ਤੇ ਪੈਦਾ ਹੋਈ ਹੋਵੇ, ਉਸ ਤੇ ਰੱਬੀ ਝਲਕ ਉਸ ਦੇ ਅੰਦਰ ਉਜਾਗਰ ਹੋਈ ਹੋਵੇ, ਤਾਂ ਹੀ ਪਹਿਚਾਨ ਸਕੇਗਾ, ਵਰਨਾ ਪਹਿਚਾਨਣ ਦੀ ਹੋਰ ਕੋਈ ਕਸਵੱਟੀ ਨਹੀਂ। ਕਸਵੱਟੀ ਇਸ ਸਿੱਖ ਕੋਲ ਸੀ, ਉਹਦੀ ਕਸਵੱਟੀ ਤੇ ਇਹ 22 ਦੇ 22 ਗੁਰੂ ਪੂਰੇ ਨਹੀਂ ਉਤਰੇ, ਪਖੰਡੀ ਸਾਬਤ ਹੋਏ। ਇਹ ਤੇ ਪ੍ਰਗਟਾਵਾ ਕਰ ਰਹੇ ਨੇ, ਇਹ ਤੇ ਦਿਖਾਵਾ ਕਰ ਰਹੇ ਨੇ। ਔਰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਉਚਾਰਨ ਕੀਤੇ ਉਸ ਵਾਕ ਦਾ ਨਾਜਾਇਜ਼ ਗਲਤ ਲਾਭ ਉਠਾ ਰਹੇ ਨੇ ਔਰ ਜਗਤ ਨੂੰ ਭਰਮ ਭੁਲੇਖੇ ਵਿੱਚ ਪਾ ਰਹੇ ਨੇ। ਬਾਈਆਂ ਨੂੰ ਮੱਥਾ ਟੇਕ ਕੇ ਇਹ ਸਿੱਖ ਇੱਕ ਹਲਵਾਈ ਤੋਂ ਪੁੱਛਦਾ ਹੈ, ਇੱਥੇ ਕੋਈ ਹੋਰ ਵੀ ਰਹਿੰਦਾ ਹੈ? ਸੋਢੀ ਵੰਸ਼ ਦੇ ਚੋਂ, ਬਾਬਿਆਂ ਦੇ ਚੋਂ। ਗੁਰੂ ਰਾਮਦਾਸ ਜੀ ਮਹਾਰਾਜ ਦੀ ਸੰਤਾਨ ਪੀੜ੍ਹੀ ਦੇ ਚੋਂ ਇੱਥੇ ਕੋਈ ਹੋਰ ਵੀ ਰਹਿੰਦਾ ਹੈ? ਤਾਂ ਉਸ ਹਲਵਾਈ ਨੇ ਕਿਹਾ, ਹਾਂ, ਇੱਕ ਤੇਗਾ ਕਮਲਾ ਰਹਿੰਦਾ ਹੈ। ਸਾਦਾ ਜਿਹਾ ਛੁਪਿਆ ਛੁਪਿਆ ਕਿੱਥੇ ਹੈ? ਉਹ ਸਾਹਮਣੇ ਭੋਰੇ 'ਚ। ਕਿਤਨੇ ਚਿਰ ਦਾ ਰਹਿੰਦਾ ਹੈ? ਗਾਲਬਨ 25-26 ਸਾਲ ਤੇ ਹੋ ਹੀ ਗਏ ਨੇ, ਇੱਥੇ ਹੀ ਰਹਿੰਦਾ ਹੈ, ਪ੍ਰਗਟ ਹੀ ਨਹੀਂ ਹੁੰਦਾ। ਦਰਅਸਲ ਇੱਕ ਬਹੁਤ ਵੱਡੀ ਤਿਆਰੀ ਕੀਤੀ ਜਾ ਰਹੀ ਸੀ, ਬਹੁਤ ਵੱਡੀ ਤਿਆਰੀ। ਜਦ ਹੀਰਾ ਵਾਕਈ ਹੀਰਾ ਬਣਨਾ ਚਾਹੁੰਦਾ ਹੈ ਤਾਂ ਧਰਤੀ ਦੀ ਗੋਦ ਵਿੱਚ ਰਹਿ ਕੇ ਅੰਦਰੂਨੀ ਗਰਮੀ ਨੂੰ ਸਹਾਰ ਕੇ ਉਹ ਆਪਣੇ ਅੰਦਰ ਚਮਕ ਪੈਦਾ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਅੰਦਰ ਉਹ ਸ਼ਕਤੀ ਪੈਦਾ ਕਰਨਾ ਚਾਹੁੰਦੇ ਸਨ, ਜਿਹਦੇ ਨਾਲ ਦੇਸ਼ ਦੀਆਂ ਗੁਲਾਮੀ ਦੀ ਜ਼ੰਜੀਰਾਂ ਤੋੜ ਸਕੀਏ, ਜਰਵਾਣਿਆਂ ਦਾ ਟਾਕਰਾ ਕਰ ਸਕੀਏ ਔਰ ਮਜ਼ਲੂਮਾਂ ਦੀ ਰੱਖਿਆ ਕਰ ਸਕੀਏ। ਬਿਨਾਂ ਸ਼ਕਤੀ ਤੋਂ ਇਹ ਸਭ ਕੁਝ ਹੋਣਾ ਬੜਾ ਔਖਾ ਸੀ। ਤੇ ਸ਼ਕਤੀ ਪ੍ਰਾਪਤ ਹੁੰਦੀ ਹੈ ਪਰਮ ਸ਼ਕਤੀ ਨਾਲ ਜੁੜ ਕੇ, ਤੇ ਪਰਮ ਸ਼ਕਤੀ ਨਾਲ ਜੁੜਨ ਦਾ ਵਸੀਲਾ ਹੈ ਜਪ ਤੇ ਤਪ। ਆਪ ਉਸ ਭੋਰੇ ਵਿੱਚ ਬੈਠ ਕੇ ਉਸ ਪਰਮ ਸ਼ਕਤੀ ਨਾਲ ਇੱਕਮਿਕ ਹੋਏ ਨੇ। ਹੁਣ ਤੇ ਸਿਰਫ ਉਡੀਕ ਹੈ ਇਹ ਹੀਰਾ ਆਪਣੀ ਚਮਕ ਪ੍ਰਗਟ ਕਰੇ, ਦਮਕ ਪ੍ਰਗਟ ਕਰੇ। ਅੱਜ ਜੋਹਰੀ ਵੀ ਆ ਗਿਆ ਹੈ।
ਪੁੱਛਦਾ ਹੈ ਇੱਥੇ ਕੋਈ ਹੋਰ ਸੋਢੀ ਬੰਸਦਾ ਰਹਿੰਦਾ ਹੈ? ਹਾਂ, ਰਹਿੰਦਾ ਹੈ। ਇੱਕ ਤੇਗਾ ਕਮਲਾ ਉਹ ਸਾਹਮਣੇ ਭੋਰੇ ਦੇ ਮਾਤਾ ਗੁਜਰੀ ਭੋਰੇ ਦੇ ਬਾਹਰ ਬੈਠ ਕੇ ਹਰ ਤਰ੍ਹਾਂ ਦੀ ਜ਼ਰੂਰਤਾਂ ਦੀ ਪੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਆਂ ਕਰਦੀਆਂ ਸਨ। ਇੱਕ ਬੈਰਾਗੀ ਹੈ, ਇੱਕ ਤਿਆਗੀ ਹੈ। ਤਿਆਗੀ ਬਾਹਰ ਬੂਹੇ ਤੇ ਬੈਠਿਆ ਹੋਇਆ ਹੈ ਔਰ ਇਸ ਤਿਆਗੀ ਦਾ ਨਾਮ ਹੈ ਮਾਤਾ ਗੁਜਰੀ। ਬੈਰਾਗੀ ਭੋਰੇ ਵਿੱਚ ਬੈਠਾ ਹੋਇਆ ਹੈ ਔਰ ਇਸ ਬੈਰਾਗੀ ਦਾ ਨਾਮ ਹੈ ਧੰਨ ਗੁਰੂ ਤੇਗ ਬਹਾਦਰ। ਇਸ ਤਿਆਗੀ ਪਾਸੋਂ ਇਜਾਜ਼ਤ ਮੰਗੀ ਹੈ ਇਸ ਸਿੱਖ ਨੇ। ਮੈਂ ਉਸ ਬੈਰਾਗੀ ਦੇ ਦਰਸ਼ਨ ਕਰਨੇ ਨੇ। ਪਤੀ ਕੋਲ ਹੈ, ਪਤੀ ਕੋਲ ਬੈਠਣਾ ਨਸੀਬ ਨਹੀਂ, ਕਿਤਨਾ ਤਿਆਗ। ਪਤੀ ਕੋਲ ਹੈ, ਪਤੀ ਨਾਲ ਗੱਲਬਾਤ ਕਰਨਾ ਵੀ ਨਸੀਬ ਨਹੀਂ, ਕਿਤਨਾ ਤਿਆਗ। ਸਿਰਫ ਅੰਨ ਚਾਹੀਦਾ ਹੈ, ਪਾਣੀ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਲੋੜ ਦੀ ਪੂਰਤੀ ਕਰ ਦੇਣੀ ਹੈ, ਬਸਤਰ ਧੋ ਦੇਣੇ ਨੇ, ਸੇਵਾ ਕਰ ਦੇਣੀ ਹੈ, ਬਸ ਇਤਨਾ ਹੀ ਸੰਬੰਧ। ਇਸ ਦੇ ਨਾਲ ਕਤਈ ਇੱਕ ਪਤਨੀ ਤ੍ਰਿਪਤ ਨਹੀਂ ਹੋ ਸਕੇਗੀ, ਪਰ ਗੁਜਰੀ ਜੀ ਤ੍ਰਿਪਤ ਸਨ ਕਿਉਂਕਿ ਤਿਆਗ ਸੀ। ਇਹ ਤਿਆਗ ਤੇ ਵੈਰਾਗ ਦਾ ਸੰਗਮ ਸੀ। ਇਹ ਤਿਆਗ ਤੇ ਵੈਰਾਗ ਦਾ ਇੱਕ ਮਹਾਨ ਤੀਰਥ ਸੀ। ਮਾਤਾ ਗੁਜਰੀ ਪਾਸ ਇਜਾਜ਼ਤ ਮੰਗੀ ਇਸ ਗੁਰਸਿੱਖ ਨੇ। ਮੈਂ ਉਸ ਬੈਰਾਗੀ ਦੇ ਦਰਸ਼ਨ ਕਰਨੇ ਨੇ ਜਿਸ ਦੇ ਬਾਹਰ ਇਤਨਾ ਵੱਡਾ ਤਿਆਗ ਪ੍ਰਗਟ ਹੋਇਆ ਬੈਠਾ ਹੈ। ਮੈਂ ਦੇਖਣਾ ਉਸ ਬੈਰਾਗੀ ਨੂੰ। ਅੰਦਰ ਗਿਆ, ਮੱਥਾ ਟੇਕਿਆ, ਨਿਹਾਲੋ ਨਿਹਾਲ ਹੋਇਆ ਹੈ। ਜੋ ਕਸਵਟੀ ਇਸ ਸਿੱਖ ਨੇ ਆਪਣੇ ਕੋਲ ਰੱਖੀ ਸੀ, ਉਸ ਕਸਵਟੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੂਰੇ ਉਤਰੇ ਨੇ। ਕੋਠੇ ਤੇ ਚੜ ਕੇ ਇੱਕ ਭੋਰੇ ਦੇ ਚ ਤੇ ਪ੍ਰਗਟ ਕਰਨ ਵਾਲਾ ਕੋਠੇ ਤੇ ਚੜ ਗਏ। ਵਾਕਈ ਪ੍ਰਗਟ ਕਰਨ ਲਈ ਤੇ ਛੱਤ ਚਾਹੀਦੀ ਸੀ। ਉਹ ਚੜ ਗਿਆ ਕੋਠੇ ਤੇ। ਗੁਰ ਲਾਧੋ ਰੇ, ਗੁਰ ਲਾਧੋ ਰੇ। ਇਹ ਸਭ ਬਾਈ ਗਦੀਆਂ ਜੋ ਲੱਗੀਆਂ ਨੇ ਪਖੰਡ ਹੈ, ਧੋਖਾ ਹੈ, ਛਲ ਹੈ। ਗੁਰੂ ਤੇ ਭੋਰੇ ਚ ਬੈਠਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਪ੍ਰਗਟ ਕਰਨ ਵਾਲਾ ਇਸ ਗੁਰਸਿੱਖ ਦਾ, ਇਸ ਮਹਾਨ ਆਤਮਾ ਦਾ ਨਾਮ ਸੀ ਮੱਖਣ ਸ਼ਾਹ ਲਬਾਣਾ। ਔਰ ਇਸਨੇ ਲਬਾਣਾ ਕੌਮ ਨੂੰ ਸਿੱਖ ਇਤਿਹਾਸ ਦੇ ਵਿੱਚ ਅਮਰ ਬਣਾ ਦਿੱਤਾ। ਗੁਰੂ ਵਾਕਈ ਭੋਰੇ 'ਚ ਹੀ ਆਉਂਦਾ ਹੈ। ਉਹ ਤੇ ਸ਼ਬਦ ਦੇ ਭੋਰੇ 'ਚ ਆਉਂਦਾ ਹੈ। ਕੋਈ ਜਪ ਕੇ ਪ੍ਰਗਟ ਕਰੇ, ਉਹ ਤੇ ਭੋਰੇ 'ਚ ਹੀ ਆਉਂਦਾ ਹੈ। ਕੋਈ ਜਾ ਕੇ ਪ੍ਰਗਟ ਕਰੇ, ਕੋਈ ਅੰਦਰ ਪ੍ਰਵੇਸ਼ करके प्रकट करे। आप गुरु सन भोरे छुपे रहे, आप प्रगट हो गए तो अपना बलिदान देने ਲਈ ਤਿਆਰ ਹੋ ਗਏ। ਜੋ ਤਪੱਸਿਆ ਕੀਤੀ ਹੈ, ਇਸ ਨਾਲ ਦੇਸ਼ ਦੀ ਉਸਾਰੀ ਕਰਨੀ ਹੈ, ਕੌਮ ਦੀ ਤਾਮੀਰ ਕਰਨੀ ਹੈ, ਉਸ ਮਜ਼ਲੂਮਾਂ ਦੀ ਰੱਖਿਆ ਕਰਨੀ ਹੈ। आपने बहुत ਵੱਡਾ ਭਰਮਣ ਕੀਤਾ। ਆਸਾਮ ਤੱਕ और ਸਮੁੱਚੇ ਬੰਗਾਲ ਦੇ ਵਿੱਚ ਆਪ ਦਾ ਰਟਨ ਹੋਇਆ ਹੈ। ਆਗਰਾ, बनारस, इलाहाबाद, पटना, फिर चट्टागांग और गुवाहाटी, धोबड़ी और फिर बंगाल ਦੇ तमाम ਵੱਡੇ ਛੋਟੇ ਸ਼ਹਿਰ ਜਿਹਦੇ ਵਿੱਚ ਕਲਕੱਤਾ ਵੀ ਆ ਜਾਂਦਾ ਹੈ। ਇਸ ਇਲਾਕੇ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਇਤਿਹਾਸਕ ਅਸਥਾਨ ਮੌਜੂਦ ਨੇ ਔਰ ਪੁਰਾਣੀ ਦਾਸਤਾਂ ਅੱਜ ਵੀ ਸੁਣਾ ਰਹੇ ਨੇ ਔਰ ਅੱਜ ਵੀ ਲੋਕੀ ਔਰ ਆਤਮਿਕ ਆਨੰਦ ਮਾਣਦੇ ਨੇ। ਥਾਂ ਥਾਂ ਤੇ ਜੋ ਆਪ ਰਟਨ ਕਰਦੇ ਸਨ, ਉਸ ਦਾ ਮੁੱਖ ਮਕਸਦ ਇਤਨਾ ਸੀ ਕਿ ਪੁੰਨ ਦਾਨ ਬਿਨ ਕਰਤਵ ਦੇ। ਬਸ ਥਾਂ ਥਾਂ ਤੇ ਨਾਮ ਦਾ ਦਾਨ ਕਰਦੇ ਜਾਣਾ, ਮਜ਼ਲੂਮਾਂ ਦੀ ਰੱਖਿਆ ਕਰਨੀ ਹੈ, ਇਹ ਦਾਨ ਕਰਦੇ ਜਾਣਾ, ਅੰਨ ਦਾ ਦਾਨ ਕਰਦੇ ਜਾਣਾ, ਧਨ ਦਾ ਦਾਨ ਕਰਦੇ ਜਾਣਾ, ਨਾਮ ਦਾ ਦਾਨ ਕਰਦੇ ਜਾਣਾ, ਗਿਆਨ ਦਾ ਦਾਨ ਕਰਦੇ ਜਾਣਾ। ਇਸ ਤਰ੍ਹਾਂ ਦਾਨ ਕਰਦੇ ਕਰਦੇ ਆਪ ਭਰਮਣ ਕਰਦੇ ਰਹੇ।
पटने दे आप अपने परिवार ਨੂੰ छोड़ के आसाम ਵੱਲ गए और बाकी दे बंगाल ਦਾ आपने भ्रमण किया। गुरु गोबिंद सिंह जी महाराज के जन्म तो बाद आपने पंजाब का रुख किया और आपने आनंदपुर साहब आके वसाया। ये उन्हां दी वसाई हुई आबादी है, उन्हां दा वसाया होया शहर है। जैसे अमृतसर गुरु रामदास जी महाराज दा वसाया होया है, जैसे गोविंदवाल धन गुरु अमरदास जी महाराज दा वसाया होया है, इस तरह आनंदपुर साहब गुरु तेग बहादुर साहब जी महाराज दा वसाया होया है। आपने इत्थे जगत नूं बैराग दी शिक्षा देनी आरंभ की थी। और ये सही है, सच है कि संसार तो उदास होए बिना परमात्मा की तलाश करनी अति कठिन है, बहुत कठिन है। पदार्थां तो उदास होए बिना परमात्मा की तलाश करनी बहुत औखी है, बहुत औखी है। ये उपदेश, ये संदेश अपनी बाणी दे राही वंडदे रहे, देंदे रहे। इधर औरंगजेब दी कुटल नीति देश दे दमन विच लगी हुई सी। धन इस देश दा काफी जरवाणियां ने लुट लिया सी, असमत लुट लई सी, इज्जत लुट लई सी। हुण संस्कृति नूं लुटण विच लगे होए सन, हुण देश दे धर्म नूं भी नेस्तो नाबूद करन विच लगे होए सन। अफगान खां जो कश्मीर दा सूबा सी, औरंगजेब दे हुक्म नाल उसने कश्मीरी पंडितां दा दमन शुरू किया। नीति सी उस वक्त दे सत्ताधारियां दी कश्मीर सिरमौर है। इहदे पहाड़ां चों पानी दे झरने निकलदे ने, मैदानी इलाकिਆਂ ਨੂੰ सरसब्ज करदे ने और कश्मीर तो ही ब्राह्मण चल के सारे देश दे धर्म दा प्रचार करदे ने, ज्ञान दी गल सुणांदे ने। पानी दे झरनिਆਂ ਨੂੰ बंद करन दी लोड़ नहीं, ज्ञान दे झरनिਆਂ ਨੂੰ बंद होना चाहिए है। इस तरह इस कुटल नीति के मुताबिक कश्मीर दे सूबे ने कश्मीरी पंडितां दा दमन शुरू किया और कश्मीरी पंडितां दी एक बहुत वड्डी कॉन्फ्रेंस, बहुत वड्डा इकट्ठ उस वक्त अमरनाथ नाम दे तीरथ ते होया, जिस दे च यही मता पकाया गया कि देश दे च कोई शक्तिशाली होवे जो साडी बांह पकड़े और साडे धर्म की रक्षा करे। सोच समझ के आखिर सहमति नाल यह फैसला होया कि असी सारे आनंदपुर साहब दे जाके गुरु तेग बहादुर साहब जी महाराज दे अगों फरियाद करिए। इस दौर दे च, इस युग दे च गुरु नानक दे घर तो इलावा साडा कोई रखवाला नहीं, साडा कोई रक्षक नहीं। तो इस तरह कश्मीर दा धर्म, कश्मीर दी संस्कृति, कश्मीर दा जीवन, कश्मीर दा पंडित, कश्मीर दा ब्राह्मण फरियाद लेके आया है धन गुरु तेग बहादुर साहब जी महाराज दे अगों, जिहड़े उन्हां पंडितां ने बचन बोले ने। गुरु प्रताप सूरज दे भाई संतोख सिंह जी ने इंज लिखे ने, रावर बिना आन नहीं कोई, समरथ बलि जो रखक होई, एक आसरा आप गुसाई, गहो बाँव बूढ़त सब जाई। साडी बाँह पकड़ो, सब कुछ डुबदा जा रहा है, सब कुछ गर्क होंदा जा रहा है। संस्कृति, धर्म, ईमान, इज्जत, आबरू सब नष्ट होंदी जा रही है। कमजोरां दी बाँह गुरु तेग बहादुर साहब जी महाराज ने पकड़ ली, तदी ते आप दे नाल ये वाक जुड़ गया। बाहां जिन्हां दी पकड़िए, सिर दीजे बाहां न छोड़िए, गुरु तेग बहादुर बोलिया, धर पईए धर्म ना छोड़िए। वाकई दिल्ली दे चांदनी चौक दे सीस ते दे देता है, पर कमजोर ब्राह्मणा दी बांह नहीं छोड़ी। अपना सीस दे के बांवां मजबूत कर दी, अपना सीस दे के सिर बचा दिता, अपना सीस दे के देश की संस्कृति, इज्जत, आबरू नूं गुरु तेग बहादुर साहब जी महाराज ने
अपना बलिदान देके बचाया। आप जद आनंदपुर साहब तो चले ने, ब्राह्मणों की फरियाद सुन के, इतिहासक घटना है, आप फरियाद नूं सुन के लंबी सोचनी च पै गए। तो उस वक्त धन गुरु गोबिंद सिंह जी महाराज गोबिंद राय सन और आयु सिर्फ 9 साल दी सी। अपने पिता नूं बहुत गंभीर सोचनी विच देख के हाथ जोड़ के कहने लगे, गुरुदेव पिता, इस तरह की गहरी सोच और उस दे चिंता भी है क्यों? एक कमजोर ब्राह्मणों नूं वेख के सोचनी है। तो सोच आपदी कित्थे तक पहुंची है? तो गुरु तेग बहादुर साहब जी महाराज गोबिंद राय दे सिर ते हाथ रख के कहंदे ने, कोई बहुत वड्डी आत्मा दा सीस चाहिदा है, तां ही ये आत्मावां बच सकणगियां। तां एकदम उछल के गोबिंद राय ने कह दिता, महाराज, किसे नूं तैरना सिखाना होवे, पानी विच आप तैरना पैंदा है, किसे नूं मरना सिखाना होवे, आप मरना पैंदा है। खड़ावा पहन के गुरु तेग बहादुर साहब जी महाराज चल पे। छोटे छोटे पिंड शहरां चों लंघदे हुए 5 साथियां नूं नाल लेके आप आगरा पहुंचे ने। बगीचे च बैठे सन। आपने एक दुशाला, एक अंगूठी आजड़ी नूं दित्ती। आखिया, बाजारों खान पान दा समान लेके आओ, ताकि साडे नाल दे साथी ते असी कुछ छक सकीए। एक हलवाई दे पास जद एक कीमती दुशाला ते हीरे जड़त रतन जड़त ए अंगूठी आजड़ी वेचण लगा, हलवाई नूं शक पै गया। लखां दी ए अंगूठी, सैकड़ियां दा ए कीमती दुशाला एक आजड़ी दे पास, और इन्हां दे बदले च ये सिर्फ खान पान दा समान मंगदा है, थोड़ा जिहा। हो ना होवे इसने चुराया है, पर कौन दसे? ये ते अपने आप नूं गिरफ्तार कराने वास्ते गुरु तेग बहादुर साहब जी महाराज ने स्वयं ही अडंबर रचिया है। शहनशाह दे सामने होण दा और उसनूं दसण दा कि तू जबर कर रहे हैं, तशद्दद कर रहे हैं। हलवाई ने शहर कोतवाल नूं खबर कर दिती, आजड़ी पकड़िया गया। उस तो पुछया गया, ये सब कुछ तेनू कित्थों मिले है? तां दस दिता, बाहर बगीचे च बैठे ने एक त्याग दी मूर्ति, उन्होंने मैनू ये दुशाला दिता है और ये अंगूठी दिती है। इस तरह गुरु तेग बहादुर साहब जी महाराज गिरफ्तार होए, फौज दे पहरे विच दिल्ली लियांदे गए और इत्थे जालमा ने पहले पिंजरे विच बंद कीता। जो अठे पैर प्रभु दी रजा विच रहिंदे सन, उन्हां दी रसना तो ये बोल निकले ने, बल छुट गयो बंधन परे, कछु ना होत उपाय, कहो नानक अब ओट हर, गज जू हो सहाय। फिर आपने अकाल पुरख दे अगों इंज भी जोदड़ी कीती, संग सखा सब तज गए, को न निभेयो साथ, कहो नानक ए विपत में, टेक एक रघुनाथ। हे प्रभु, तेरे ही आश्रय, तेरी ओट है, और तेरे आश्रय करके ही मैं मजलूमां दा पख लिया है, कमजोरां दा पख लिया है और वक्त दी सता नाल टकराया। सता कितनी कठोर होंदी है, कहंदे ने मां लई भी जगह नहीं होंदी सताधारी दे हिरदे च, पिता लई भी थां नहीं होंदा, भरावां लई भी थां नहीं होंदा, भैणा, भतीजियां, बच्चे, बच्चियां लई भी कोई थां नहीं होंदा। सताधारी दे हिरदे च थां होंदा है सिर्फ सिंघासन लई, सिर्फ सता लई, और उस सता तो सब कुछ कुर्बान कर सकदा है। इसदा जीवदा जागदा सबूत मिलदा है। औरंगजेब ने सता दी खातर अपने तिन्ने भरा कतल कीते, अपने बुढ़े पिता नूं आगरे दे किले विच कैद कीता। गर्मियां दे दिनां च ये बुढ़ा प्यो कैद सी, अंदर सेवा करदी सी। उसदी लड़की
जहां आरा औरंगजेब दी भैन ਇਹ ਵੀ कैद सी क्योंकि प्यो दा पक्ष लैंदी सी, प्यो दी हिमायत करदी सी। अंदर सुराही दे जद पानी मुक चलिया और शाम तक पानी दा चलना बड़ा औखा सी, दोपहर ढल चली सी। शाहजहां ने संतरी नु आवाज मारी, पानी चाहिदा है। ते संतरी कहने लगा, जहां पना मेरे पास ताले दी चाबी नहीं, चाबी ते बादशाह सलामत अपने कोल रखते ने। इतबार ही नहीं करता सी औरंगजेब, मता कोई सिपाही आजाद कर दे शाहजहां नु, ते शाहजहां तो खतरा अजे भी औरंगजेब नु सी। जद शाहजहां दी जोड़ी सुन के संतरी औरंगजेब दे पास गया ते कहने लगा, बादशाह सलामत शाहजहां पानी मंगदे ने। गरजदी हुई आवाज दे औरंगजेब ने आख्या, उस बुड्ढे नु कह दो शाम नु रोटी आवेगी ते पानी आ जाएगा। हुण मैं आके ताला नहीं खोल सकता, क्योंकि आप ताला खोलदा सी ते आप ही बंद करदा सी। कहंदे ने जद यही बोल संतरी ने शाहजहां नु सुनाए तो उसने उत्थे एक रुबाई लिखी है, बाबाए मन बहादुर मन दी रोज लख सवार बोदम। एक दिन मैं भी लखा असवारां दा मालिक सी, इमरोज है मोहताज है यक कासा आवम। अज मैं एक प्याला पानी लई मोहताज हां, दरी दुनिया मगरूर न बायद बोध। इस झूठी दुनिया दा भुल के ही हंकार नहीं करना चाहिदा। ऐ पिसर तू अजब मुसलमान ही, ऐ मेरे बच्चे तू अजीब मुसलमान है, तू सुनते सही। आफरी हिंदुआ हर बाब के मुर्दा रामे देहंद दायम आ। शाबाश है हिंदुआ ते मरे हुए प्यो नू भी पानी देंदे ने। ऐ पिसर तू अजब मुसलमानी जिंदा राबा जानम बा आब न रसानी। प्यो तेरा जिंदा है ते पानी दे घुट लई तरस रहा है। पिता पानी दे घुट लई तरसिया है, रावां नू तड़पा के मारिया है, भतीजियां नू तड़पा के मारिया है, भैणां दी शादी नहीं कीती, बच्चियां दी शादी नहीं कीती। इस पुरुष तो हो ही नहीं सकदा सी कि ये गुरु तेग बहादुर साहब जी महाराज नाल इंसाफ नाल पेश आउंदा। हुक्म सादर कर दिता कि ये ईन मने नहीं ते शहीद कर दो। तो तसीहे दे के दिल्ली दे चांदनी चौक दे आप नु शहीद किया गया। मगर सुदी पंज संमत 1732 आप जी नु दिल्ली विखे शहीद किया गया। आप जी दा सीस भाई जेता लेके गया, जिस दा संस्कार अनंदपुर साहब होया। आप दी देही नु लखी शाह बनजारे ने गड्डे ते रख के अपने घर लियांदा। एक छोटा जिहा पिंड सी जिसदा नाम सी रकाबगंज। अपने घर विच पातशाह दी पवित्र देही नु रख के अपने मकान नु अग ला दिती। इस तरह सतगुरु दी देही दा संस्कार होया। ये दोवें पावन अस्थान गुरुद्वारा सीसगंज, गुरुद्वारा रकाबगंज दिल्ली विच मौजूद ने। तो आप दी परम शहादत दा संदेश दे रहे ने, उपदेश दे रहे ने। चुना जिंदगानी को नंदर जहां कि चूं मुर्दाबाशी न गोयन मुरब। इस ढंग नाल अपनी जिंदगी व्यतीत कर कि जब तुम मर भी जाए तेरी मौत जिंदगी दा उपदेश देंदी रहे, जिंदगी दा दर्श देंदी रहे।